ਦੋਸਤੋ ਵੇਲੇ ਦੀ ਗੱਲ 'ਚ ਤੁਹਾਡਾ ਬਹੁਤ-ਬਹੁਤ ਸਵਾਗਤ। ਮੈਂ ਤੁਹਾਡਾ ਮੇਜ਼ਬਾਨ ਨਰਿੰਦਰ ਸਿੰਘ। ਠੰਡ ਕੜਾਕੇ ਦੀ ਸ਼ੁਰੂ ਹੋ ਰਹੀ ਹੈ, ਪਰ ਸਿਆਸਤ ਗਰਮ ਹੋ ਰਹੀ ਹੈ। ਅੱਜ ਅਸੀਂ ਦੇਖਿਆ ਕਿ ਕਈ ਪਾਰਟੀਆਂ 'ਚ ਲੋਕ ਇੱਧਰ ਤੋਂ ਉੱਧਰ ਜਾ ਰਹੇ ਹੈ। ਮਤਲਬ ਕਿ ਪਾਰਟੀ ਬਦਲਣ ਦਾ ਸੀਜ਼ਨ ਸ਼ੁਰੂ ਹੋ ਗਿਆ ਅਤੇ ਬੜੀ ਸਰਗਰਮੀ ਨਾਲ ਹੋ ਰਿਹਾ ਅਤੇ ਧੜਾ ਧੜ ਹੋ ਰਿਹਾ। ਜਿਨ੍ਹਾਂ 'ਚ ਹੁੰਦੇ ਆ ਉਹ ਵੀ ਆਲੋਚਨਾ ਕਰਦੇ ਆ, ਜਿਨ੍ਹਾਂ 'ਚ ਨਹੀਂ ਹੁੰਦੇ ਸ਼ਾਮਲ ਉਹ ਵੀ ਆਲੋਚਨਾ ਕਰਦੇ ਆ। ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਕੋਲ ਮੌਜੂਦ ਨੇ ਉੱਘੇ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਜੀ, ਤੁਹਾਡਾ ਸਵਾਗਤ ਹੈ ਜੀ। ਸ਼ੁਕਰੀਆ। ਬਸ ਸਟਾਰਟਅਪ ਇੱਥੋਂ ਕਰੀਏ ਵੀ ਕੀ ਵਰਤਾਰਾ ਹੋ ਰਿਹਾ ਅਤੇ ਕਿਉਂ? ਅਸਲ ਦੇ ਵਿੱਚ ਇੱਕ ਚੋਣਾਂ ਤੋਂ ਪਹਿਲਾਂ ਹੁਣ ਲੋਕ ਕਹਿੰਦੇ ਨੇ ਟਿਕਟਾਂ ਭਾਲ ਰਹੇ ਨੇ ਲੋਕ ਅਲੱਗ-ਅਲੱਗ ਪਾਰਟੀਆਂ 'ਚ ਅਲੱਗ-ਅਲੱਗ ਜਗ੍ਹਾ, ਅਤੇ ਜਿਹੜੀਆਂ ਪਾਰਟੀਆਂ ਨੂੰ ਵੀ ਹੁਣ ਆਪਣੇ ਆਗੂਆਂ 'ਤੇ ਆਪਣੇ ਕਾਰਕੁਨਾਂ 'ਤੇ ਜਿਹੜੇ ਉਹਦੇ ਲਈ ਸਾਲਾਂ ਤੋਂ ਕੰਮ ਕਰਦੇ ਨੇ, ਮੇਰੇ ਖਿਆਲ ਉਹਨਾਂ 'ਤੇ ਯਕੀਨ ਘਟਦਾ ਜਾ ਰਿਹਾ। ਜਿਹੜੇ ਵੋਟਾਂ ਦੇ ਸਮੇਂ ਆਉਂਦੇ ਨੇ ਬੰਦੇ ਮੌਸਮ ਦੇ ਲਿਹਾਜ਼ ਨਾਲ ਤਬਾਦਲਾ ਕਰਕੇ, ਉਹਨਾਂ 'ਤੇ ਭਰੋਸਾ ਸ਼ਾਇਦ ਵੱਧਦਾ ਜਾ ਰਿਹਾ। ਜਾਂ ਤਾਂ ਪਾਰਟੀਆਂ ਨੂੰ ਆਪਣੇ 'ਤੇ ਯਕੀਨ ਨਹੀਂ, ਆਪਣੇ ਆਪ 'ਤੇ ਯਕੀਨ ਨਹੀਂ ਰਿਹਾ ਪਾਰਟੀ ਆਗੂਆਂ ਨੂੰ, ਅਤੇ ਜਿਹੜੇ ਛੱਡ ਕੇ ਜਾ ਰਹੇ ਨੇ ਉਹਨਾਂ ਦਾ ਵੀ ਹਾਲ ਇਹੀ ਹੈ। ਜੇ ਇੱਕ ਜਗ੍ਹਾ ਟਿਕਟ ਨਹੀਂ ਮਿਲਦੀ, ਨਜ਼ਰ ਆਉਂਦੀ, ਜਾਂ ਇੱਕ ਪਾਰਟੀ ਨੇ ਉਹਨੂੰ ਥੋੜ੍ਹਾ ਜਿਹਾ ਨਜ਼ਰਅੰਦਾਜ਼ ਕਰਤਾ, ਤਾਂ ਉਹ ਕਿਸੇ ਉਦੇਸ਼ ਲਈ ਨਹੀਂ ਇਹਦਾ ਮਤਲਬ ਪਾਰਟੀ ਬਣੀ। ਅੱਗੇ ਲੋਕ ਖੜ੍ਹ ਜਾਂਦੇ ਸੀ, ਚਲੋ ਟਿਕਟ ਜੇ 4 ਬੰਦੇ ਨੇ ਇੱਕ ਹਲਕੇ 'ਚੋਂ ਇੱਕ ਨੂੰ ਹੀ ਟਿਕਟ ਮਿਲਣੀ ਆ, ਅਗਲੇ ਨੂੰ ਫਿਰ ਪਾਰਟੀ 'ਚ ਹੋਰ ਕੰਮ ਕੋਈ ਦਿੱਤਾ ਜਾ ਸਕਦਾ। ਹੁਣ ਉਹ ਰੁਝਾਨ ਬੰਦ ਹੋ ਰਿਹਾ, ਅਤੇ ਹੁਣ ਤਾਂ ਸਾਰਾ ਹੀ ਮਾਮਲਾ ਜਿਵੇਂ ਇੱਕ ਇਹ ਜਿਹੜੀ ਗੱਲ ਹੈ ਕਿ ਸਿਆਸਤ ਵਪਾਰ ਬਣ ਗਈ ਹੈ। ਹਰ ਬੰਦਾ ਵਪਾਰ 'ਚ 5 ਸਾਲ ਵੇਟ ਨਹੀਂ ਨਾ ਕਰਨਾ ਚਾਹੁੰਦਾ। 5 ਸਾਲ ਤਾਂ ਫਿਰ ਉਹ ਵਪਾਰ ਦੁਕਾਨ ਬੰਦ ਹੋ ਜਾਏ ਤਾਂ ਕੰਮ ਗੜਬੜ ਹੁੰਦੀ ਹੈ, ਅਤੇ ਉਹ ਵਪਾਰ ਚਾਲੂ ਰੱਖਣਾ ਚਾਹੁੰਦਾ। ਇਸੇ ਕਰਕੇ ਜਿਹੜੀਆਂ ਵੱਡੀਆਂ ਪਾਰਟੀਆਂ ਸੀ, ਕਦੇ ਇਹ ਕਹਿੰਦੀਆਂ ਸੀ ਕਿ ਪਾਰਟੀ ਵਿਦ ਡਿਫਰੈਂਸ ਹੈ ਸਾਡੀ, BJP ਵਰਗੀ ਪਾਰਟੀ ਸਾਡੀ ਸਿਧਾਂਤ ਦੀ ਪਾਰਟੀ ਹੈ, ਅਸੀਂ ਸ਼ੁਰੂ ਤੋਂ ਕੇਡਰ ਬੇਸਡ ਪਾਰਟੀ ਹੈ। ਉਹਨਾਂ ਪਾਰਟੀਆਂ ਦਾ ਵੀ ਇਹ ਹਾਲ ਹੋਣ ਲੱਗ ਗਿਆ। ਪਹਿਲਾਂ ਵੀ ਐਵੇਂ ਕੀਤਾ, ਮਤਲਬ ਈਵਨ ਲਗਾਤਾਰਤਾ ਦੇ ਵਿੱਚ ਵੀ ਯੂਪੀ ਦੇ ਵਿੱਚ ਕਿੰਨੇ ਬੰਦੇ, ਮੱਧ ਪ੍ਰਦੇਸ਼ ਦੇ ਵਿੱਚ ਕਿੰਨੇ ਬੰਦੇ, ਦਲ ਬਦਲੀਆਂ ਕਰਾ ਕੇ ਸਰਕਾਰਾਂ ਵੀ ਬਦਲੀਆਂ। ਪਰ ਇਹਦੇ ਨਾਲ ਦੀ ਨਾਲ ਜਦੋਂ ਚੋਣਾਂ ਤੋਂ ਪਹਿਲਾਂ ਫਿਰ ਤੁਸੀਂ ਬੰਦਿਆਂ ਨੂੰ ਸ਼ਾਮਲ ਕਰਾਉਣ ਦਾ ਇੱਕ ਦੌਰ ਆਉਂਦਾ। ਆਹ ਕਿਸਾਨ ਅੰਦੋਲਨ ਚੱਲਿਆ ਸੀ, ਇਹ 'ਚ ਲੱਗਦਾ ਸੀ ਕਿ ਜਿਹੜੀ ਖਾਸ ਤੌਰ 'ਤੇ ਕਿਸਾਨੀ, ਅਤੇ ਉਦੋਂ ਤੋਂ ਵੀ ਖਾਸ ਤੌਰ 'ਤੇ ਸਿੱਖ ਕਿਸਾਨੀ ਜਿਹੜੀ ਵਿਰੋਧੀ ਹੈ, ਤਾਂ BJP ਨੇ ਇੱਕ ਟਰੈਕ ਚੁਣ ਲਿਆ ਸੀ ਵੀ ਕੁਝ ਸਿੱਖ ਚਿਹਰੇ ਜਿਹੜੇ ਲਗਾਤਾਰ ਲਿਆਉਂਦੇ ਰਹੋ। ਤੁਹਾਡੇ ਯਾਦ ਹੋਣਾ, ਪਹਿਲਾਂ ਇੱਕ ਪੁਰਾਣੇ ਫੈਡਰੇਸ਼ਨ ਦੇ ਪ੍ਰਧਾਨ ਰਹੇ ਨੇ ਕਾਹਲੋਂ, ਉਹ ਆ ਗਏ ਸੀ, ਰਾਮੂ ਵਾਲੀਆ ਦੀ ਬੇਟੀ ਆ ਗਈ ਸੀ, ਹੋਰ ਕਈ ਲੋਕ ਆਉਂਦੇ ਰਹੇ। ਹੁਣ ਥੋੜ੍ਹਾ ਜਿਹਾ ਵੱਡੇ ਲੈਵਲ 'ਤੇ ਚੱਲ ਪਿਆ ਜਦੋਂ ਤੋਂ ਮਨਜਿੰਦਰ ਸਿਰਸਾ ਨੂੰ ਮਤਲਬ ਸ਼ਾਮਲ ਕੀਤਾ, ਜਿਹੜੇ ਇਹ ਐਲੀਗੇਸ਼ਨ ਵੀ ਲੱਗੇ ਕਿ ED ਅਤੇ ਬਾਕੀ ਦੇ ਡਰਾ ਧਮਕਾਉਣ ਨਾਲ ਹੋਏ ਨੇ। ਮਤਲਬ ਸਭ ਹੀਲੇ ਨੇ, ਕੁਝ ਤਾਂ ਸ਼ਾਇਦ ਡਰਾ ਕੇ ਆਏ ਹੋਣ, ਕੁਝ ਲਾਲਚ ਨੂੰ ਆਏ ਹੋਣ, ਕੋਈ ਕਿਸੇ ਵੀ ਹੋਰ ਮਾਮਲੇ ਦੇ ਕਰਕੇ ਆਏ ਹੋਣ। ਪਰ ਕੋਈ ਜਿਹੜਾ ਇੱਕ ਵੈਲਿਊ ਸਿਸਟਮ ਹੁੰਦਾ ਕਦਰਾਂ ਕੀਮਤਾਂ ਦਾ, ਉਹਦੇ ਲਈ ਕੋਈ ਲੌਜਿਕ ਹੁੰਦਾ ਕਿ ਮੈਂ ਇੱਕ 'ਚ ਕਿਉਂ ਗਿਆ, ਮੈਂ ਉੱਥੋਂ ਕਿਉਂ ਛੱਡ ਕੇ ਆਇਆ। ਇਹ ਕਹਿਣ ਨੂੰ ਕੁਝ ਨਹੀਂ ਹੈ, ਨਾ ਤਾਂ ਜਿਹੜੀ ਪਾਰਟੀ ਨੇ ਸ਼ਾਮਲ ਕਰਾਇਆ ਉਹਦੇ 'ਚ ਕੋਈ ਗੱਲ ਹੈ, ਅਤੇ ਨਾ ਜਿਹੜਾ ਛੱਡ ਕੇ ਗਿਆ ਉਹਦੇ 'ਚ ਕੋਈ ਗੱਲ ਹੈ। ਇਸੇ ਤਰ੍ਹਾਂ ਇੱਥੇ ਹੈ ਪੰਜਾਬ ਦੇ ਵਿੱਚ ਕਹਿੰਦੇ ਨੇ, ਸਿੱਧੂ ਕਹਿੰਦਾ ਮੈਂ ਆਪਣੇ ਆਪ ਮਤਲਬ ਬਣਾ ਲੂੰਗਾ ਸਰਕਾਰ, ਮੈਨੂੰ ਚੀਫ ਮਿਨਿਸਟਰ ਦਾ ਚਿਹਰਾ ਲਾ ਲਓ। ਚੰਨੀ ਕਹਿੰਦਾ ਕਿ ਮੈਂ ਦਲਿਤ ਚਿਹਰੇ ਦੇ ਤੌਰ 'ਤੇ ਉੱਭਰਿਆ ਅਤੇ ਮੈਨੂੰ ਬਣਾ ਲਓ। ਪਰ ਬੰਦੇ ਤੁਹਾਨੂੰ ਪੋਲੀਟਿਕਸ 'ਚੋਂ ਨਹੀਂ ਲੱਭ ਰਹੇ, ਬੰਦੇ ਤੁਹਾਨੂੰ ਮੂਸੇਵਾਲਾ ਲੱਭ ਰਿਹਾ, ਬੰਦੇ ਤੁਹਾਨੂੰ ਇਹੋ ਜਿਹੇ ਲੱਭ ਰਹੇ ਨੇ ਜਿਨ੍ਹਾਂ ਦੀ ਆਪੇ ਆਪ ਕਿਸੇ ਨਾ ਕਿਸੇ ਫੀਲਡ ਦੇ ਵਿੱਚ ਪਾਪੂਲੈਰਿਟੀ ਪ੍ਰਸਿੱਧੀ ਹੋਊਗੀ। ਉਹ ਬੰਦੇ ਦੇ ਕੰਧਾੜੇ ਚੜ੍ਹ ਕੇ ਤੁਸੀਂ ਆਪਣੀ ਪਾਰਟੀ ਨੂੰ ਜਿੱਤ ਹਾਸਲ ਕਰਾਉਣਾ ਚਾਹੁੰਦੇ ਹੋ। ਇਹਦਾ ਮਤਲਬ ਤੁਹਾਡੇ 'ਚ ਲੀਡਰ 'ਚ ਅਤੇ ਪਾਰਟੀ 'ਚ ਉਹ ਜਾਨ ਨਹੀਂ ਬਚੀ ਕਿ ਉਹ ਲੋਕਾਂ ਨਾਲ ਉਹਦਾ ਸਿੱਧਾ ਸੰਪਰਕ ਇੰਨਾ ਹੋਵੇ ਕਿ ਅਸੀਂ ਆਪਣੇ ਆਪ ਜਿੱਤ ਵੀ ਸਕਦੇ ਹਾਂ, ਆਪਣੇ ਆਪ ਲੋਕਾਂ ਨੂੰ ਕੋਈ ਏਜੰਡਾ ਵੀ ਦੇ ਸਕਦੇ ਹਾਂ। ਔਰ ਇਸੇ ਲਈ ਹਰ ਰੋਜ਼ ਆਪਾਂ ਦੇਖਦੇ ਹਾਂ, ਕਦੇ ਅਕਾਲੀ ਦਲ ਨੇ ਵੀ, ਕਦੇ BJP ਦੇ ਅਨਿਲ ਜੋਸ਼ੀ ਤੋਂ ਲੈ ਕੇ ਵੱਖ-ਵੱਖ ਕਿੰਨੇ ਹੀ ਲੀਡਰ ਸ਼ਾਮਲ ਕਰਾਏ ਆਪਣੇ ਆਪ 'ਚ। ਆਮ ਆਦਮੀ ਪਾਰਟੀ ਦਾ ਤਾਂ ਬਥੇਰਾ ਰੂਟੀਨ ਹੀ ਉਦਾਹਰਨ ਦੇ ਲੀਡਰਾਂ ਦਾ ਚੱਲਦਾ ਜਿਹੜੇ ਇੱਧਰੋਂ ਉੱਧਰੋਂ ਆਏ ਨੇ। ਇਹ ਜਿਹੜਾ ਇੱਕ ਵਰਤਾਰਾ ਹੈ, ਮੈਨੂੰ ਇਹ ਲੱਗਦਾ ਕਿ ਜਿਹੜਾ ਇੱਕ ਰਲਗੱਡ ਕਰਦਾ, ਗਧਾ ਘੋੜਾ ਇੱਕ ਬਰਾਬਰ, ਕੋਈ ਵੀ ਫਰਕ ਨਾ ਪਾਓ, ਇਹਨਾਂ ਲੋਕਾਂ ਨੂੰ ਕਨਫਿਊਜ਼ ਕਰਦਾ ਦਿਮਾਗੀ ਤੌਰ 'ਤੇ ਕਿਹੜਾ ਠੀਕ ਹੈ ਕਿਹੜਾ ਗਲਤ ਹੈ, ਕਿਹੜੀ ਪਾਰਟੀ ਠੀਕ ਹੈ ਕਿਹੜੀ ਗਲਤ ਹੈ। ਜਦ ਬੰਦਿਆਂ ਦਾ ਹੀ ਕੋਈ ਫਰਕ ਨਹੀਂ, ਜਦ ਅਪਰੋਚ ਦਾ ਕੋਈ ਫਰਕ ਨਹੀਂ, ਏਜੰਡੇ ਦਾ ਕੋਈ ਫਰਕ ਨਹੀਂ, ਬੰਦਾ ਅੱਜ ਇੱਧਰ ਬੈਠਾ ਉਹਨੂੰ ਵੋਟ ਪਾ ਰਹੇ ਨੇ, ਕੱਲ੍ਹ ਨੂੰ ਦੂਜੇ ਪਾਸੇ ਚਲਾ ਜਾਏਗਾ, ਤਾਂ ਲੋਕਾਂ ਦੇ ਸਾਹਮਣੇ ਜਿਹੜੀ ਚੋਇਸ ਹੈ ਚੋਣ ਕਰਨ ਦੀ ਵੀ, ਉਹ ਵੀ ਘਟਦੀ ਜਾ ਰਹੀ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ। ਨਹੀਂ ਤਾਂ ਚੋਇਸ ਹੁੰਦੀ ਹੈ ਕਿ ਬੰਦੇ ਦਾ ਕਿਰਦਾਰ ਹੈ ਇਸ ਲਾਈਨ 'ਤੇ, ਇਸ ਪਾਰਟੀ ਦੀ ਵਿਚਾਰਧਾਰਾ 'ਤੇ ਖੜ੍ਹਾ ਸੀ ਔਰ ਇਹ ਇਸ 'ਤੇ ਖੜ੍ਹਾ ਰਹੂਗਾ, ਇਹਦੇ 'ਤੇ ਕੰਮ ਕਰੂਗਾ। ਤਾਂ ਲੋਕਾਂ 'ਚ ਇੱਕ ਚੋਇਸ ਹੁੰਦੀ ਹੈ ਵੀ ਆਹ 2-3 ਪਾਰਟੀਆਂ ਨੇ, ਇਹਦੇ 'ਚੋਂ ਮੈਂ ਚੁਣ ਲੈਣਾ। ਹੁਣ ਤਾਂ ਪਾਰਟੀਆਂ ਹੀ ਕਦ ਬਦਲ ਜੂਗਾ। ਬੰਦਾ ਪਹਿਲਾਂ ਇੱਕ ਨਾਲ ਸੀ, ਮੱਕੜ ਜਿਹੜਾ ਪਹਿਲਾਂ ਅਕਾਲੀ ਦਲ ਦਾ ਉਮੀਦਵਾਰ ਹਾਰ ਗਿਆ ਸੀ, ਪਹਿਲਾਂ MLA ਰਿਹਾ ਵੀ ਉਦੋਂ ਪਹਿਲਾਂ, ਅਤੇ BJP ਨਾਲ ਲੜਦਾ ਰਿਹਾ। ਅਤੇ ਜਦੋਂ BJP ਅਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ, ਉਦੋਂ BJP ਦੇ ਇੱਕ ਸੀਨੀਅਰ ਲੀਡਰ ਦੇ ਉਹਨੇ ਥੱਪੜ ਵੀ ਮਾਰਤਾ ਸੀ, ਜਿਹੜਾ ਮੰਤਰੀ ਸੀ ਉਸ ਸਮੇਂ, ਬੜਾ ਰੌਲਾ ਪਿਆ ਸੀ।
ਕਿ ਟਕਰਾਅ ਇਸ ਲੈਵਲ ਤੇ ਹੋ ਗਿਆ। ਹੁਣ ਉਸੇ ਥਾਂ ਤੋਂ ਜੇ ਬੰਦਾ ਸ਼ਾਮਲ ਕਰਾ ਲਿਆ ਤਾਂ ਮੰਤਰੀ ਜੀ ਵੀ ਕੀ ਸੋਚ ਰਹੇ ਹੋਣਗੇ, ਜਿਹੜੇ ਬੜੇ ਸੀਨੀਅਰ ਲੀਡਰ ਰਹੇ ਨੇ ਬੀਜੇਪੀ ਦੇ, ਵੀ ਬੰਦਾ ਕਿਵੇਂ ਆ ਗਿਆ ਵਿੱਚ। ਇਹ ਸਾਰੀਆਂ ਗੱਲਾਂ ਨਾ ਤਾਂ ਬੰਦੇ ਦੀ ਕੋਈ ਔਕਾਤ ਨਹੀਂ, ਜਾਂ ਆਪਸ 'ਚ ਇੱਧਰ ਉੱਧਰ ਦੀਆਂ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਉਹਦੇ ਹਲਕੇ ਦੀ ਟਿਕਟ ਕਿਸੇ ਹੋਰ ਨੂੰ ਅਨਾਉਂਸ ਕਰ ਦਿੱਤੀ ਗਈ ਹੈ, ਇਸ ਕਰਕੇ ਉੱਧਰ ਚਲਾ ਗਿਆ। ਇਸੇ ਲਈ ਵੱਖ-ਵੱਖ ਟਾਈਪ ਦਾ ਜਿਹੜਾ ਦਲ ਬਦਲੀ ਦਾ ਇੱਕ ਰੁਝਾਨ ਹੈ ਬੜੇ ਵੱਡੇ ਪੱਧਰ 'ਤੇ, ਇਹ ਕਿਰਦਾਰ ਕੁਸ਼ੀ ਨੂੰ ਰਿਪਰਜੈਂਟ ਕਰਦਾ। ਮੈਨੂੰ ਲੱਗਦਾ ਕਿ ਲੀਡਰਾਂ ਦਾ ਜੇ ਸਿਆਸਤ ਦਾ ਜਿਹੜਾ ਕਿਰਦਾਰ 'ਚ ਗਿਰਾਵਟ ਲਗਾਤਾਰ ਆ ਰਹੀ ਹੈ, ਜਿਹੜੀ ਕਦਰਾਂ ਕੀਮਤਾਂ 'ਤੇ ਆਧਾਰਿਤ ਸਿਆਸਤ ਸੀ ਉਹਦਾ ਪਤਨ ਹੈ ਜਿਹੜਾ ਜਿੱਧਰ ਜਾ ਰਿਹਾ। ਇਸੇ ਲਈ ਹੁਣ ਨਰੋਲ ਵਪਾਰ ਦਾ ਰੂਪ ਲੈਂਦੀ ਜਾ ਰਹੀ ਹੈ, ਉਹ 'ਚ ਫਾਇਦਾ ਲਓ ਅਤੇ ਜੋ ਮਰਜ਼ੀ ਖੱਟੋ। ਅਤੇ ਇਸ ਲਈ ਲੋਕ ਬੇਚੈਨ ਵੀ ਨੇ, ਲੋਕਾਂ ਦੀਆਂ ਸਮੱਸਿਆਵਾਂ ਵੀ ਇਸੇ ਕਰਕੇ ਨਹੀਂ ਹੱਲ ਹੁੰਦੀਆਂ। ਲੀਡਰ ਨੇ ਕੀ ਲੈਣਾ ਕਿ ਉਹ ਲੋਕਾਂ ਕੋਲ ਜਾਏ, 5 ਸਾਲ ਜਵਾਬ ਦੇ ਰਹੇ, 5 ਸਾਲ ਕੰਮ ਕਰਦਾ ਰਹੇ। ਜੇ ਟਿਕਟ ਤਾਂ ਕਿਤੋਂ ਹੋਰ ਮਿਲਣੀ ਹੈ, ਕੋਈ ਬਾਹਰੋਂ ਆ ਕੇ ਜਿਹੜਾ ਮਰਜ਼ੀ ਲੈ ਜਾਊਗਾ, ਜੇ ਪਾਰਟੀ ਪ੍ਰਧਾਨ ਨਾਲ ਤੁਹਾਡੀ ਨਹੀਂ ਬਣਦੀ। ਇਹ ਬਹੁਤ ਬੜੇ ਸਵਾਲ ਨੇ। ਇਹ ਸੰਕਟ ਦਾ ਵੀ ਮੇਰਾ ਖਿਆਲ ਹੈ ਸਾਡੇ ਸਿਸਟਮ 'ਚ ਇੱਕ ਕਾਰਨ ਇਹ ਵੀ ਹੈ ਬੜਾ ਵੱਡਾ। ਮੈਨੂੰ ਨਾ ਇੱਕ ਥੋੜ੍ਹਾ ਵੱਖਰਾ ਜਿਹਾ ਸਵਾਲ ਹੈ ਨੈਸ਼ਨਲ ਲੈਵਲ ਦਾ। ਮੈਨੂੰ ਸਭ ਤੋਂ ਵੱਧ ਜਿਹੜੀ ਗੱਲ ਖੜਕੀ ਸੀ ਉਹ ਕਨ੍ਹਈਆ ਕੁਮਾਰ ਦੀ ਖੜਕੀ ਸੀ। ਕਿੰਨੀ ਸਿਧਾਂਤਵਾਦੀ ਗੱਲਾਂ ਕਰਦਾ ਸੀ ਉਹ, ਹੈ ਨਾ। ਮਗਰੋਂ ਉਹ CPI ਛੱਡ ਕੇ ਕਾਂਗਰਸ 'ਚ ਵੀ ਚਲਾ ਗਿਆ। ਚਲੋ, ਅਤੇ ਇੱਕ ਮੈਨੂੰ ਇਹ ਦੱਸਿਓ ਵੀ ਜਿਹੜਾ ਦਲ ਬਦਲੂ ਕਾਨੂੰਨ ਹੈ, ਇਸ ਸਾਰੇ ਮਸਲੇ 'ਚ ਇਹ ਲਾਗੂ ਹੁੰਦਾ ਹੈ ਕਿ ਉਹਦੀ ਕੋਈ ਰੈਲੇਵੈਂਸ ਹੈਗੀ ਹੈ ਕਿ ਬਸ ਦਿਖਾਵੇ ਲਈ ਉਹ ਰਹਿ ਗਿਆ ਹੁਣ? ਹਾਂ, ਪਹਿਲਾਂ ਚੱਲਿਆ ਸੀ ਇੱਕ ਹਰਿਆਣੇ ਦੀ ਬਹੁਤ ਵੱਡੀ ਉਦਾਹਰਨ ਗਈ ਸੀ, ਜੀ ਤੋਂ ਇਹ ਜੁਮਲਾ ਬਣਿਆ ਆਇਆ ਰਾਮ ਗਿਆ ਰਾਮ। ਉਹ ਬੰਦੇ ਦਾ ਨਾਂ ਆਇਆ ਰਾਮ ਸੀ। 3 ਵਾਰ ਮਤਲਬ 15 ਦਿਨਾਂ ਦੇ ਵਿੱਚ ਹੀ ਆ ਗਿਆ, ਚਲਾ ਗਿਆ, ਉਹਨਾਂ ਨਾਂ ਹੀ ਇਹ ਪੈ ਗਿਆ। ਫਿਰ ਹੁਣ ਸਿਆਸਤ ਦਾ ਨਾਂ ਆਇਆ ਰਾਮ ਗਿਆ ਰਾਮ ਪੈ ਗਿਆ। ਉਹਦੇ ਤੋਂ ਸ਼ੁਰੂ ਹੋਇਆ ਇਹ ਵਰਤਾਰਾ। ਸਰਕਾਰਾਂ ਦੀ ਸਰਕਾਰਾਂ ਪਲਟ ਗਈਆਂ। ਜਦੋਂ ਹਰਿਆਣੇ ਦੇ ਵਿੱਚ ਭਜਨ ਲਾਲ ਬਣੇ ਸੀ, ਅਤੇ ਭਜਨ ਲਾਲ ਬਣ ਕੇ ਸਰਕਾਰ ਇਹ ਕਾਂਗਰਸ 'ਚ ਲੈ ਗਏ ਸੀ ਸਾਰੀ, ਚੀਫ ਮਿਨਿਸਟਰ ਇਹ ਕਾਂਗਰਸ ਦਾ ਬਣ ਗਿਆ ਸੀ ਅਸਲ ਦੇ ਵਿੱਚ ਜਾ ਕੇ ਉਸ ਲੈਵਲ 'ਤੇ। ਹੋਰ ਵੀ ਬੜੀ ਜਗ੍ਹਾ ਸਰਕਾਰਾਂ ਬਦਲੀਆਂ ਨੇ। ਹੁਣ ਬੀਜੇਪੀ ਦੇ ਇਸ ਦੌਰ ਦੇ ਵਿੱਚ ਵੀ ਤੁਸੀਂ ਦੇਖੋ, ਕਰਨਾਟਕਾ ਦੀ ਸਰਕਾਰ ਇਹਨਾਂ ਨੇ ਖੋਈ, ਪਹਿਲਾਂ ਉੱਧਰ ਸੀ, ਉੱਧਰੋਂ MLA ਰਲਾ ਕੇ। ਮੱਧ ਪ੍ਰਦੇਸ਼ ਦੀ ਸਰਕਾਰ ਐਵੇਂ ਖੋਈ, ਮਾਧਵਰਾਓ ਸਿੰਧੀਆ ਨੂੰ ਮੂਹਰੇ ਲਾ ਕੇ 21 MLA ਉਹਦੇ ਤੋੜ ਕੇ। ਅਤੇ ਫਿਰ ਇਸੇ ਤਰ੍ਹਾਂ ਅਰੁਣਾਚਲ ਪ੍ਰਦੇਸ਼ ਦੀ, ਇਸੇ ਤਰ੍ਹਾਂ ਗੋਆ ਦੇ ਵਿੱਚ ਮਾਮਲਾ ਹੋਇਆ। ਕਿੰਨੀਆਂ ਸਰਕਾਰਾਂ ਐ ਤੋੜ ਕੇ ਆਪਣੇ ਕਬਜ਼ਿਆਂ ਦਾ ਇੱਕ ਲਾਈਨ ਹੈ। ਰਾਜਸਥਾਨ ਬਚ ਗਿਆ, ਰਾਜਸਥਾਨ ਥੋੜ੍ਹਾ ਜਿਹਾ ਬਚ ਗਿਆ। ਹਾਂ, ਮਤਲਬ ਕੋਸ਼ਿਸ਼ ਹੋਈ ਸੀ ਅਤੇ ਉਹ ਉਸ ਲੈਵਲ 'ਤੇ ਬਚ ਗਿਆ। ਪਰ ਕੋਸ਼ਿਸ਼ ਇਹ ਹੈ ਵੀ ਇਹਦਾ ਮਤਲਬ ਕੀ ਹੈ ਕਿ ਤੁਸੀਂ ਸਿਆਸਤ ਦੇ ਵਿੱਚ ਜਿਹੜੇ ਥੋੜ੍ਹੇ ਬੰਦੇ ਨੇ ਉਹਨਾਂ ਦੀ ਬੋਲੀ ਲਾ ਸਕਦੇ ਹੋ, ਅਤੇ ਉਹ ਮਾਰਕੀਟ 'ਚ ਅਵੇਲੇਬਲ ਨੇ, ਬੋਲੀ 'ਤੇ ਵਿਕਣ ਲਈ ਵੀ ਤਿਆਰ ਨੇ। ਅਤੇ ਜਿਹੜੀ ਪਾਵਰਫੁਲ ਪਾਰਟੀ ਹੈ ਇਹ ਕਰਦੀ ਸੀ। ਇਦੋਂ ਪਹਿਲਾਂ ਕੀ ਹੁੰਦਾ ਸੀ ਸਿਆਸਤ ਦੇ ਵਿੱਚ? ਪਹਿਲਾਂ ਵੀ ਥੋੜ੍ਹੀ ਬਹੁਤ ਦਲ ਬਦਲੀ ਹੁੰਦੀ ਸੀ, ਪਰ ਸਰਕਾਰ ਜਿਹੜੀ ਕੇਂਦਰ ਦੀ ਹੁੰਦੀ ਸੀ ਉਹ ਜਦੋਂ ਔਖੀ ਹੋ ਜਾਂਦੀ ਸੀ ਕਿਸੇ ਦੂਜੀ ਪਾਰਟੀ ਦੀ ਸਰਕਾਰ ਤੋਂ, ਜਦੋਂ ਨਹੀਂ ਸੀ ਮੰਨਦੇ, ਵਿਕਦੇ ਵੀ ਨਹੀਂ ਸੀ, ਤਾਂ ਸਰਕਾਰਾਂ ਤੋੜਦੇ ਸੀ। 356 ਲਾ ਕੇ ਜਿਹੜੀ ਸੰਵਿਧਾਨ 'ਚ ਇੱਕ ਐਮਰਜੈਂਸੀ ਕਲਾਜ਼ ਦਿੱਤੀ ਹੋਈ ਹੈ। ਔਰ ਕਿੰਨੀਆਂ ਸਰਕਾਰਾਂ ਤੋੜਦੇ ਰਹੇ ਕਿ ਕੋਈ ਨਹੀਂ ਤੈਨੂੰ ਰਾਜ ਨਹੀਂ ਕਰਨ ਦਿੰਦਾ, ਚੁਣੀਆਂ ਸਰਕਾਰਾਂ ਤੋੜਦੇ ਰਹੇ। ਉਹ ਵੀ ਲੋਕਤੰਤਰ ਦੀ ਹੱਤਿਆ ਵੱਲ ਇੱਕ ਰੁਝਾਨ ਸੀ ਉਸ ਪੱਧਰ ਦਾ। ਹੁਣ ਤਾਂ ਉਹਨਾਂ ਨੂੰ ਇਹ ਲੱਗਦਾ ਵੀ ਕਿਸੇ ਦੀ ਬਣ ਜੇ, ਜਿਹੜੀ ਪਾਰਟੀ ਕੋਲ ਮਾਇਆ ਜ਼ਿਆਦਾ ਹੈ, ਪੈਸਾ ਜ਼ਿਆਦਾ ਹੈ, ਅਤੇ ਬਾਹੂਬਲ ਜ਼ਿਆਦਾ ਹੈ, ਅਤੇ ਏਜੰਸੀਆਂ ਨੇ, ED ਹੈ ਉਹਦੇ ਕੋਲ, IB ਹੈ, CBI ਹੈ, ਸਾਰੀਆਂ ਚੀਜ਼ਾਂ ਨੇ। ਹੁਣ ਤਾਂ ਉਹ ਕਹਿੰਦੇ ਆਪਾਂ ਆਪਣਾ ਬਣਾ ਲਾਂਗੇ। ਇਹ ਹਾਲ ਅੱਗੇ ਨਾ ਪੰਚਾਇਤਾਂ 'ਚ ਹੁੰਦਾ ਸੀ। ਲੋਕ ਕਹਿੰਦੇ ਜਿੱਥੋਂ ਮਰਜ਼ੀ ਸਰਪੰਚ ਖੜਾ ਹੋ ਜਾਏ, ਜੇ ਉਹ ਸਰਕਾਰ ਨਾਲ ਚੱਲਣਾ, ਉਹ ਇੱਧਰ ਉੱਧਰ ਕਿਵੇਂ ਚੱਲ ਜਾਊਗਾ। ਥਾਣੇਦਾਰ ਹੈਗਾ, ਉਹਦੇ 'ਤੇ ਪਰਚਾ ਦਰਜ ਕਰਨ ਲਈ ਆਪਣੇ ਕੋਲ ਅਫਸਰ ਹੈਗੇ। ਹੁਣ MLA ਸਰਪੰਚੀ ਦੇ ਲੈਵਲ ਤੋਂ ਵੀ ਨੀਚੇ ਆ ਗਏ ਹੁੰਦੇ ਨੇ, ਜਿਵੇਂ MPਆਂ ਦਾ ਲੈਵਲ ਨਾ ਉਦੋਂ ਨੀਚੇ ਆ ਗਿਆ, ਜਿਹੜੇ ਕਿਸੇ ਵੀ ਤਰੀਕੇ ਨਾਲ ਜਾਂਦੇ ਨੇ। ਫਿਰ ਇਹਨਾਂ ਨੇ ਕੀ ਕੱਢਿਆ ਇੱਕ ਰਸਤਾ, ਉਹ ਕੱਢਿਆ ਵੀ ਆਪਾਂ ਇੱਕ ਕਾਨੂੰਨ ਬਣਾ ਦਿਓ। ਰਾਜੀਵ ਗਾਂਧੀ ਵੇਲੇ ਪਹਿਲਾਂ ਕਾਨੂੰਨ ਬਣਿਆ, ਬਾਅਦ 'ਚ ਸੋਧਾਂ ਹੁੰਦੀਆਂ ਗਈਆਂ। ਉਹ ਕਾਨੂੰਨ ਬਣ ਗਿਆ ਕਿ ਦਲ ਬਦਲੀ ਵਿਰੋਧੀ ਕਾਨੂੰਨ। ਦਲ ਬਦਲੀ ਵਿਰੋਧੀ ਕਾਨੂੰਨ ਨੇ ਕੀ ਕੀਤਾ? ਪਹਿਲਾਂ ਇਹ ਕੀਤਾ ਕਿ ਜੇ ਕੋਈ ਬੰਦਾ ਛੱਡ ਕੇ ਦੂਜੀ ਪਾਰਟੀ ਸ਼ਾਮਲ ਹੋ ਜਾਂਦਾ, ਚੁਣਿਆ ਹੋਇਆ ਬੰਦਾ, ਉਹਦੀ ਮੈਂਬਰੀ ਖਾਰਜ ਹੋ ਜੂਗੀ। ਫਿਰ ਕਹਿੰਦੇ ਫਿਰ ਵੀ ਚਲੇ ਜਾਂਦੇ ਨੇ, ਮੈਂਬਰੀ ਖਾਰਜ ਕਰਾ ਕੇ ਵੀ ਕੋਈ ਫਰਕ ਨਹੀਂ ਪੈਂਦਾ। ਇੱਕ ਬੰਦਾ ਚਲਾ ਗਿਆ, ਉਹਨੂੰ ਪੈਸੇ ਉਹਨੇ ਮਿਲ ਗਏ, ਚੱਲ ਅੱਗੇ ਦੇਖਾਂਗੇ। ਫਿਰ ਕਹਿੰਦੇ 1/3 ਘੱਟੋ ਘੱਟ ਪਾਰਟੀ ਤੋੜ ਕੇ ਜਾਣਾ ਪਏਗਾ ਤਾਂ ਤੁਸੀਂ ਜਾ ਸਕਦੇ ਹੋ, ਤਾਂ ਤੁਹਾਡੀ ਮੈਂਬਰੀ ਖਾਰਜ ਨਹੀਂ ਹੋਏਗੀ। ਹੁਣ ਜਿੰਨੀਆਂ ਛੋਟੀਆਂ ਪਾਰਟੀਆਂ ਸੀ, ਜਿਹਦੇ MLA 5 ਚੁਣੇ ਗਏ, 3 ਚੁਣੇ ਗਏ, ਉਹਦੇ 1/3 ਵੀ ਕੋਈ ਬਹੁਤੀ ਬੜੀ ਗੱਲ ਨਹੀਂ ਬਣੀ, ਉਹ ਤੋੜ ਕੇ ਵਗ ਗਏ। ਫਿਰ ਇਹਨਾਂ ਨੇ ਕਰਤਾ ਵੀ 2/3 ਤੋੜਨੀ ਪਊਗੀ ਪਾਰਟੀ, 2/3, ਤਾਂ ਜਾ ਕੇ ਤੁਸੀਂ ਜਾਓ, ਨਹੀਂ ਸਭ ਦੇ ਇਸੇ ਤਰ੍ਹਾਂ ਹੋ ਜਾਏਗਾ। ਪਰ ਕਿੰਨੇ ਹੀ ਮਾਮਲੇ ਸੀ। ਹਰਿਆਣੇ 'ਚ ਸਰਕਾਰ ਬਣੀ, 5 ਬੰਦੇ ਤੋੜ ਕੇ ਵਗ ਗਏ ਸੀ, ਉਹਦਾ ਫੈਸਲਾ ਹੀ ਨਹੀਂ 5 ਸਾਲ ਕੀਤਾ ਸਪੀਕਰ ਨੇ। ਸਪੀਕਰਾਂ ਕੋਲ ਆਪਣੇ ਹੀ ਪੰਜਾਬ ਦੇ ਵਿੱਚ ਦੇਖੋ, ਨਵੀਆਂ ਪਾਰਟੀ ਦੇ ਵਿੱਚ ਚੋਣ ਵੀ ਲੜਦੀ ਸੀ ਪਾਰਲੀਮੈਂਟ ਦੇ ਵਿੱਚ, ਖਹਿਰੇ ਨੇ ਅਤੇ ਵੱਖ-ਵੱਖ ਲੋਕਾਂ ਨੇ, ਅਤੇ ਨਹੀਂ ਉਹਨੂੰ ਮੌਕਾ ਦਿੱਤਾ ਗਿਆ ਪੂਰਾ, ਕਿਉਂਕਿ ਸਾਰਿਆਂ ਦੀ ਇੱਕ ਮਿਲੀ ਭੁਗਤ ਹੋਊਗੀ। ਨਾ ਆਪ ਚਾਹੁੰਦੀ ਸੀ ਇਲੈਕਸ਼ਨ ਹੋਵੇ, ਨਾ ਕਾਂਗਰਸ ਚਾਹੁੰਦੀ ਸੀ ਇਲੈਕਸ਼ਨ ਹੋਵੇ, ਨਾ ਕੋਈ ਹੋਰ ਧਿਰ ਚਾਹੁੰਦੀ ਸੀ। ਇਸ ਲਈ ਉਹ ਚਲਾਤਾ, 5 ਸਾਲ ਕਢਾਤੇ, ਪੈਨਸ਼ਨ ਪੂਰੀ ਹੋ ਗਈ, ਬਾਕੀ ਚੀਜ਼ਾਂ ਹੋ ਗਈਆਂ।
ਉਹ ਕਿਰਦਾਰ ਵੀ ਇਹਦੇ 'ਚੋਂ ਦਿਖਾਈ ਦਿੰਦਾ। ਪਰ ਹੁਣ ਤਾਂ ਐਦੋਂ ਵੱਧ ਵੱਡਾ ਹੋ ਗਿਆ ਕੰਮ। ਹੁਣ ਜੇ ਕੋਈ ਸੱਤਾਧਾਰੀ ਧਿਰ ਇਹ ਕਹਿੰਦੀ ਹੈ, ਸੁਖਬੀਰ ਬਾਦਲ ਨੇ ਪੰਜਾਬ 'ਚ ਸਿਸਟਮ ਸ਼ੁਰੂ ਕੀਤਾ ਸੀ ਕਿ ਤੂੰ MLA ਹੈ ਨਾ, ਅਸਤੀਫਾ ਦੇ ਦੇ, ਸਾਡੇ 'ਚ ਆ ਜਾ, ਬਾਈ ਇਲੈਕਸ਼ਨ ਹੋ ਗਈ, ਤੈਨੂੰ ਉੱਥੋਂ ਟਿਕਟ ਦੇ ਕੇ ਦੁਬਾਰਾ ਫੇਰ ਲੈ ਆਵਾਂਗੇ। ਹੁਣ MLA ਵੀ ਚੋਣਾਂ ਵੀ ਥੋਪੀਆਂ ਜਾਂਦੀਆਂ ਨੇ ਲੋਕਾਂ 'ਤੇ। ਤਾਂ ਉਹ ਦਲ ਬਦਲੀ ਵਿਰੋਧੀ ਕਾਨੂੰਨ ਦਾ ਵਜੂਦ ਰਹਿ ਕੀ ਗਿਆ ਜਦ ਕੋਈ ਉਹ ਜਿਹੜਾ ਚੀਜ਼ ਰੋਕਣ ਲਈ ਹੋ ਰਹੀ ਸੀ, ਪਰਚੂਨ ਦਾ ਮਾਲ ਨਾ ਜਾਵੇ, ਹੁਣ ਉਹ ਥੋਕ 'ਚ ਬਦਲ ਗਿਆ। ਸਗੋਂ ਹੁਣ ਥੋਕ 'ਚ ਜਾਂਦੇ ਨੇ ਤੇ ਥੋਕ 'ਚ ਆਉਂਦੇ ਨੇ। ਤੇ ਇਹਨੇ ਇੱਕ ਕੰਮ ਜਿਹੜੀ ਗੜਬੜ ਕੀਤੀ ਹੈ ਡੈਮੋਕ੍ਰੇਸੀ ਦੀ, ਸਗੋਂ ਇਸ ਕਾਨੂੰਨ ਨੇ ਸਭ ਤੋਂ ਜ਼ਿਆਦਾ ਉਹ ਇਹ ਕਰਤੀ ਕਿ ਪਾਰਟੀ ਪ੍ਰਧਾਨ ਇੰਨੇ ਮਜ਼ਬੂਤ ਕਰਤੇ ਕਿ ਜਿਹੜੇ ਪਾਰਟੀਆਂ ਦੇ ਕਾਰਕੁਨ ਨੇ, ਪਾਰਟੀਆਂ ਦੇ ਹੋਰ ਹੇਠਲੇ ਵਰਕਰ ਨੇ, ਉਹਨਾਂ ਦੀ ਤਾਕਤ ਬਿਲਕੁਲ ਖਤਮ ਕਰਤੀ। ਹੁਣ ਜੇਕਰ ਲੋਕਾਂ ਨੇ ਚੁਣਿਆ, ਜੇਕਰ ਬੰਦਾ ਕੋਈ ਮੰਨ ਲਓ ਇੱਕ MLA ਚੁਣਿਆ, ਤੁਹਾਨੂੰ ਕੋਈ ਪਟਿਆਲੇ ਤੋਂ ਚੁਣਦੇ, ਤੁਸੀਂ ਅਸੈਂਬਲੀ ਦੇ ਵਿੱਚ ਆ ਕੇ ਪਟਿਆਲੇ ਦੇ ਹਲਕੇ ਦੇ ਲੋਕ ਤੁਹਾਨੂੰ ਇਹ ਕਹਿੰਦੇ ਨੇ ਵੀ ਨਹੀਂ, ਸਾਡੇ ਹਲਕੇ ਦੇ ਲਈ ਆਹ ਚੀਜ਼ ਠੀਕ ਹੈ, ਤੁਸੀਂ ਵੋਟ ਇੱਧਰ ਪਾਉਣੀ ਹੈ ਜਦੋਂ ਕੋਈ ਕਾਨੂੰਨ ਬਣੇਗਾ। ਤੇ ਪਾਰਟੀ ਪ੍ਰਧਾਨ ਕਹਿੰਦਾ ਵੀ ਨਹੀਂ ਨਹੀਂ, ਤੇਰੇ ਲੋਕ ਜੋ ਮਰਜ਼ੀ ਕਹਿੰਦੇ ਨੇ, ਵੋਟ ਇੱਧਰ ਪਾਉਣੀ ਪਏਗੀ। ਜੇ ਤੁਸੀਂ ਲੋਕਾਂ ਦੀ ਮੰਨ ਲਈ, ਪਾਰਟੀ ਪ੍ਰਧਾਨ ਤੁਹਾਡੀ ਮੈਂਬਰਸ਼ਿਪ ਕੈਂਸਲ ਕਰਾ ਸਕਦਾ ਕਿਉਂਕਿ ਤੁਸੀਂ ਉਸ ਵਿਪ ਦਾ ਲੰਘਣਾ। ਤਾਂ ਡੈਮੋਕ੍ਰੇਸੀ ਕੀ ਹੈ? ਲੋਕਾਂ ਪ੍ਰਤੀ ਜਵਾਬਦੇਹੀ ਹੈ ਜਾਂ ਪਾਰਟੀ ਪ੍ਰਧਾਨ ਪ੍ਰਤੀ ਜਵਾਬਦੇਹੀ ਹੈ? ਇਸੇ ਕਰਕੇ ਹੁਣ ਬਖਰੇਵਿਆਂ ਦਾ ਕੋਈ ਫਰਕ ਨਹੀਂ ਰਿਹਾ। ਅੱਗੇ ਇਹ ਹੁੰਦਾ ਸੀ ਕਿ ਦੂਜੀ ਵਿਚਾਰਧਾਰਾ ਦਾ ਬੰਦਾ ਆਪਣੇ 'ਚ ਆਊਗਾ, ਕੱਲ੍ਹ ਨੂੰ ਗੜਬੜ ਨਾ ਕਰੇ, ਐਵੇਂ ਵਿੱਚ ਆ ਕੇ ਬੋਲੂਗਾ, ਪੰਗਾ ਪਾਊਗਾ। ਹੁਣ ਉਹ ਕਹਿੰਦੇ ਕਿੱਧਰ ਭੱਜ ਜਾਊਗਾ, ਜਿਹੜਾ ਮਰਜ਼ੀ ਜਿੱਧਰ ਮਰਜ਼ੀ ਆ ਜੇ, ਚਾਹੇ ਬਿਲਕੁਲ ਕੰਟਰਾਸਟ ਵਿਚਾਰਧਾਰਾ ਆ ਜੇ, ਜ਼ੁਬਾਨ ਤਾਂ ਉਹਦੇ ਹੋਣੀ ਓ ਨਹੀਂ, ਬੋਲ ਕੇ ਕਰੂਗਾ ਕੀ? ਕੱਢ ਕੇ ਪਰਾਂ ਮਾਰਾਂਗੇ ਜਦੋਂ ਵੀ ਕੋਈ ਕਰੂਗਾ ਉਸ ਲੈਵਲ ਦੇ ਉੱਤੇ। ਇਸ ਕਰਕੇ ਜਿਹੜੀ ਵਿਚਾਰਧਾਰਾ ਦੇ ਲਿਹਾਜ਼ ਨਾਲ ਪੋਲੀਟਿਕਸ ਹੁੰਦੀ ਸੀ ਕਿ ਮੈਂ ਇਹੋ ਜਿਹਾ ਰਾਜ ਪ੍ਰਬੰਧ ਚਾਹੁੰਦਾ, ਅਤੇ BJP ਰਾਮ ਰਾਜ ਚਾਹੁੰਦੀ ਸੀ, ਤਾਂ ਅਕਾਲੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚਾਹੁੰਦੇ ਸੀ। ਜੇਕਰ ਕੋਈ ਹੋਰ ਜਿਹੜੇ ਕਾਂਗਰਸ ਆ ਉਹ ਕਹਿੰਦਾ ਸੀ ਅਸੀਂ ਸੈਕੂਲਰ ਰਾਜ ਇਹੋ ਜਿਹਾ ਲਿਆਵਾਂਗੇ। ਹੁਣ ਉਹ ਬਖਰੇਵੇਂ ਵੀ ਖਤਮ ਹੁੰਦੇ ਜਾ ਰਹੇ ਨੇ। ਕੋਈ ਤੁਹਾਡਾ ਬਸ ਰਾਜ ਕਰਨਾ ਜਿਵੇਂ ਵੀ ਮਰਜ਼ੀ, ਹੁਣ ਉਹ ਕਹਿੰਦੇ ਬਿਜਲੀ ਦਿਆਂਗੇ, ਫਲਾਨਾ ਦਿਆਂਗੇ, ਧਮਕਾ ਦਿਆਂਗੇ, ਜਿਹੜਾ ਕਨਸੈਪਟ ਹੈ ਉਹ ਛੱਡ ਹੀ ਦਿਓ। ਉਹਦੇ ਕਰਕੇ ਮੈਨੂੰ ਲੱਗਦਾ ਕਿ ਜਿਹੜੇ ਬੰਧੂਆ ਮਜ਼ਦੂਰੀ 'ਚ ਤਬਦੀਲ ਹੋ ਗਏ ਨੇ ਜਿਹੜੇ ਕਾਰਕੁਨ ਨੇ ਪਾਰਟੀਆਂ ਦੀ ਅਸਲ ਦੇ ਵਿੱਚ। ਇਸੇ ਕਰਕੇ ਜਿਹੜੀ ਅੰਦਰੂਨੀ ਜਮਹੂਰੀਅਤ ਹੈ, ਜਦੋਂ ਪਾਰਟੀਆਂ ਦੇ ਅੰਦਰੋਂ ਉਹ ਖਤਮ ਹੋ ਜਾਂਦੀ ਹੈ, ਤਾਂ ਉਹ ਇੱਕ ਹੈਲਦੀ ਸਿਹਤਮੰਦ ਡੈਮੋਕ੍ਰੇਸੀ ਜਾਂ ਡੈਮੋਕ੍ਰੇਟਿਕ ਪਾਰਟੀਆਂ ਨਹੀਂ ਬਚਦੀਆਂ, ਫਿਰ ਡਿਕਟੇਟਰਾਂ ਨਾਲ ਪਾਰਟੀਆਂ ਬਚਦੀਆਂ ਨੇ। ਇਸੇ ਮਾਹੌਲ ਤੋਂ ਬਾਅਦ ਫਿਰ ਹੁਣ ਇਹ ਕੀ ਹੋ ਗਿਆ ਕਿ ਕੁਝ ਪਰਿਵਾਰ ਆਪੋ ਆਪਣੀ ਪਾਰਟੀ 'ਤੇ ਕਾਬਜ਼ ਹੋ ਗਏ, ਕੁਝ ਬੰਦੇ ਆਪੋ ਆਪਣੇ ਬੰਦੇ 'ਤੇ ਕਾਬਜ਼ ਹੋ ਗਏ, ਅਤੇ ਹੁਣ ਕੁਝ ਐਲੀਟ ਕਿਸਮ ਦੇ ਇੰਨੇ ਕੁ ਬੰਦੇ ਰਹਿ ਗਏ ਜਿਹਦਾ ਕਲੀਅਰ ਕੱਟ ਪਤਾ ਕਿ ਇਸ ਪਾਰਟੀ ਦਾ ਹੀ ਚੀਫ ਮਿਨਿਸਟਰ ਹੋਏਗਾ, ਇਸ ਪਾਰਟੀ ਦਾ ਹੀ ਪ੍ਰਧਾਨ ਹੋਏਗਾ। ਹੁਣ ਚੁਆਇਸ ਖਤਮ ਹੁੰਦੀ ਜਾ ਰਹੀ ਹੈ ਜਿਹੜੀ ਜਮਹੂਰੀਅਤ ਦੇ ਵਿੱਚੋਂ। ਇਸ ਲਈ ਦਲ ਬਦਲੀ ਵਿਰੋਧੀ ਕਾਨੂੰਨ ਦੀ ਵਾਪਸੀ ਇਹ ਬਹੁਤ ਵੱਡਾ ਕੁਐਸਚਨ ਹੈ ਸਾਡੇ ਸਾਹਮਣੇ। ਜੇ ਉਹ ਵਾਪਸੀ ਤਾਂ ਨਹੀਂ ਹੁੰਦੀ ਤਾਂ ਸਾਡੀ ਜਮਹੂਰੀਅਤ ਵੱਧ ਫੁੱਲ ਨਹੀਂ ਸਕਦੀ। ਅਤੇ ਅਗਲੀ ਗੱਲ ਇੱਕ ਹੋਰ ਨਾਲ ਇਹਦੇ ਜ਼ਰੂਰਤ ਹੈ, ਜਿਹੜੇ ਲੋਕ ਇਹ ਕਹਿ ਰਹੇ ਨੇ ਜੀ ਫਿਰ ਤਾਂ ਦਲ ਬਦਲੀ ਹੁੰਦੀ ਰਹੂ। ਜੇ ਅਸੀਂ ਪੰਜਾਬ 'ਚ 117 ਅਤੇ ਲੋਕ ਸਭਾ 'ਚ ਤੇ ਉੱਪਰ ਜਾ ਕੇ 545 MP ਪੂਰੇ ਦੇਸ਼ 'ਚੋਂ ਐਡੇ ਬਣੇ ਬੰਦਿਆਂ 'ਤੇ ਭਰੋਸਾ ਕਰੋ। 1 ਲੱਖ ਬੰਦਾ ਇੱਕ ਬੰਦੇ ਨੂੰ ਭੇਜਦਾ ਚੁਣ ਕੇ, ਤਾਂ ਇਹੋ ਜਿਹੇ ਬੰਦੇ ਭੇਜੋ ਜਿਹੜਾ ਕੋਈ ਭਰੋਸੇਯੋਗ ਹੈ। ਦੂਜੇ ਭੇਜਣੇ ਬੰਦ ਕਰੋ। ਇਹਦਾ ਇਲਾਜ ਇਹ ਤਾਂ ਨਹੀਂ ਨਾ ਵੀ ਹੁਣ ਤੂੰ ਚਲਾ ਤਾਂ ਗਿਆ, ਤੇਰੇ ਨਕੇਲ ਪਾ ਕੇ ਰੱਖਾਂਗੇ, ਤੂੰ ਕੁਝ ਬੋਲ ਨਹੀਂ ਸਕਦਾ, ਆਪਣੀ ਆਪਣੇ ਦਿਮਾਗ ਤੋਂ ਨਹੀਂ ਬੋਲ ਸਕਦਾ। ਦੁਨੀਆ ਦੇ ਕਿਸੇ ਦੇਸ਼ 'ਚ ਵਿਪ ਦਿਖਾ ਦਿਓ ਜਿਹਦੇ ਤੋਂ ਅਸੀਂ ਉਦਾਹਰਨ ਲਿਆ ਕੰਮ ਹੈ, ਉੱਥੇ ਦਲ ਬਦਲੀ ਵਿਰੋਧੀ ਕਾਨੂੰਨ ਦਿਖਾ ਦਿਓ, ਉੱਥੇ ਕੋਈ ਵਿਪ ਜਾਰੀ ਕਰਕੇ ਉਹਨੂੰ ਬੰਧੂਆ ਮਜ਼ਦੂਰ ਵਾਂਗ ਵੋਟ ਪਾਉਂਦਾ ਦਿਖਾ ਦਿਓ। ਇਹ ਤਾਂ ਫਿਰ ਇੱਕ ਸਧਾਰਨ, ਜਿਵੇਂ ਵੋਟਰ ਨੂੰ ਤੁਸੀਂ ਖਰੀਦਦੇ ਸੀ ਜਾ ਕੇ ਸ਼ਰਾਬ ਪਿੱਛੇ 100 ਰੁਪਇਆ ਦੇ ਕੇ, ਉਹ ਕਰਕੇ ਉਹ MLA ਦਾ ਰੇਟ ਥੋੜ੍ਹਾ ਜਿਹਾ ਜ਼ਿਆਦਾ 1 ਕਰੋੜ 2 ਕਰੋੜ ਦਾ ਹੋਊਗਾ, 4 ਕਰੋੜ ਦਾ ਹੋਊਗਾ, ਤੁਸੀਂ ਉਵੇਂ ਖਰੀਦਣਾ ਸ਼ੁਰੂ ਕਰ ਦੋਗੇ। ਇਹ ਕਿਹੜੀ ਜਮਹੂਰੀਅਤ ਹੋਈ? ਇਸ ਕਰਕੇ ਇਹਦੇ 'ਤੇ ਬਹੁਤ ਵੱਡੀ ਡਿਬੇਟ ਦਾ ਕੁਐਸਚਨ ਹੈ। ਇਹ ਸਾਰੀਆਂ ਪਾਰਟੀਆਂ ਕਰਨ ਲੱਗ ਗਈਆਂ ਜਿਹੜੀਆਂ ਮੇਨ ਸਟਰੀਮ ਦੀਆਂ ਨੇ ਘੱਟੋ ਘੱਟ। ਔਰ ਮੇਰਾ ਖਿਆਲ ਹੈ ਜੇ ਬਚਿਆ ਹੋਇਆ, ਜੇ ਥੋੜ੍ਹਾ ਬਹੁਤ ਲੈਫਟ ਬਚਿਆ ਹੋਇਆ, ਲੈਫਟ ਦੀ ਬੁੱਕਤ ਨਹੀਂ ਰਹੀ ਕਿ ਉਹ ਕਿਸੇ ਅਸੈਂਬਲੀ 'ਚ ਸਰਕਾਰ ਬਣਾਵੇ ਜਾਂ ਕਿਸੇ ਪਾਰਲੀਮੈਂਟ ਦੇ ਵਿੱਚ ਜਾਵੇ, ਅਤੇ ਬਾਕੀ ਦੀਆਂ ਜਿਹੜੀਆਂ ਧਿਰਾਂ ਨੇ ਉਹ ਬਹੁਤ ਨੀਚੇ ਦੇ ਕਿਰਦਾਰ ਨਾਲ ਬਿਹੇਵ ਕਰ ਰਹੀਆਂ ਨੇ। ਅਤੇ ਜਿਹੋ ਜਿਹਾ ਲੀਡਰਸ਼ਿਪ ਦਾ ਕਿਰਦਾਰ ਹੈ, ਜਿਹੋ ਜਿਹੇ ਸਾਡੇ ਰੋਲ ਮਾਡਲ ਨੇ, ਲੋਕ ਤਾਂ ਰੋਲ ਮਾਡਲ ਨੂੰ ਫੋਲੋ ਕਰਦੇ ਨੇ, ਫਿਰ ਉਹੋ ਜਿਹਾ ਕਿਰਦਾਰ ਨੀਚੇ ਛੋਟੇ ਵਰਕਰ ਦਾ ਹੁੰਦਾ ਜਾਂਦਾ। ਛੋਟਾ ਵਰਕਰ ਸਰਪੰਚ ਉਹਨਾਂ ਕੇ ਐਕਸਪਲੈਟ ਕਰਦਾ, ਲੋਕਾਂ ਨੂੰ ਪੰਚ ਕਰਦਾ, MC ਕਰਦਾ। ਉਹ ਕਹਿੰਦਾ ਆਪਾਂ ਵੀ ਇਸੇ ਤਰੀਕੇ ਨਾਲ ਕਰਾਂਗੇ। ਪਟਿਆਲੇ ਦਾ ਮੇਅਰ ਦੇਖ ਲਓ, ਉਹ ਵੀ ਹੁਣ 2-2 ਨੇ, ਕੁਰਸੀ ਕਿਹਦੀ ਹੈ ਕਿਹਦੀ ਨਹੀਂ ਹੈ, ਰੌਲਾ ਫਿਰ ਉੱਥੇ ਪੈ ਜਾਂਦਾ। ਫਿਰ ਇਸ਼ੂਜ਼ 'ਤੇ ਲੋਕਾਂ ਦੇ ਸਰੋਕਾਰਾਂ 'ਤੇ ਨਹੀਂ ਪੈਂਦਾ। ਇਹ ਕਾਫੀ ਵੱਡਾ ਮੁੱਦਾ ਦੇ ਤੌਰ 'ਤੇ ਮੈਨੂੰ ਲੱਗਦਾ ਡਿਬੇਟ ਦਾ ਇਹ ਹਿੱਸਾ ਚੋਣਾਂ ਤੋਂ ਪਹਿਲਾਂ ਵੀ ਲੋਕਾਂ ਨੂੰ ਲਿਆਉਣਾ ਚਾਹੀਦਾ। ਇਸੇ ਕਰਕੇ ਚੋਣ ਸੁਧਾਰਾਂ ਦਾ ਜਿਹੜਾ ਮੁੱਦਾ ਹੈ ਇਹ ਬਹੁਤ ਵੱਡਾ ਮੁੱਦਾ ਬਣਨਾ ਚਾਹੀਦਾ। ਜਦੋਂ ਗੇਮ ਦੇ ਰੂਲ ਬਦਲ ਦਿੰਦੇ ਹੋ ਤੁਸੀਂ, ਤਾਂ ਕਿੰਨੇ ਲੋਕਾਂ ਨੂੰ ਬਾਹਰ ਕੱਢ ਦਿੰਦੇ ਹੋ। ਔਰ ਜਿਵੇਂ
ਮੈਨੀਫੈਸਟੋ ਹੈ, ਲੀਗਲ ਦਸਤਾਵੇਜ਼ ਬਣਨ ਦਾ ਸਵਾਲ ਹੈ, ਜਿਵੇਂ ਰਾਈਟ ਟੂ ਰੀਕਾਲ ਦਾ ਸਵਾਲ ਹੈ, ਜਿਵੇਂ ਇਸੇ ਤਰੀਕੇ ਨਾਲ 2 ਟਰਮਾਂ ਤੋਂ ਵੱਧ ਨਾ ਚੁਣੇ ਜਾਣ ਦਾ ਸਵਾਲ ਹੈ। ਜੇ ਕੁਝ ਚੀਜ਼ਾਂ ਸ਼ਾਮਲ ਹੋਣਗੀਆਂ ਉਹਦੇ ਤਾਂ ਆਪ ਹੀ ਬੰਦਾ ਖੜ ਜੂਗਾ ਉੱਥੇ ਵੀ 2 ਟਰਮਾਂ ਹੀ ਚੁਣਨਾ ਸੀ, ਹੁਣ ਕਾਹਦੇ ਲਈ ਪਾਰਟੀ ਬਦਲਣੀ ਹੈ, ਕਿਉਂ ਜਾਣਾ ਇਸ ਮਾਮਲੇ 'ਚ। ਇਸ ਲਈ ਉਹ ਗੇਮ ਜਿਹੜੀ ਖਿਡਾਉਂਦੀ ਹੈ ਤੁਹਾਨੂੰ, ਉਹਦੇ 'ਤੇ ਉਂਗਲ ਰੱਖਣੀ ਪਏਗੀ ਕਿ ਉਹਦੇ 'ਚ ਕੀ ਕੀ ਬਦਲਾਅ ਚਾਹੀਦੇ ਨੇ ਨਵੀਂ ਸਿਚੁਏਸ਼ਨ ਦੇ ਮੁਤਾਬਕ। ਤੁਸੀਂ ਬੜੀ ਵਧੀਆ ਗੱਲ ਕੀਤੀ ਇੱਕ, ਬਈ MP MLA ਇਹ ਸਾਰੇ ਥੱਲੇ ਲੈਵਲ 'ਤੇ ਆ ਰਹੇ ਨੇ, ਅਤੇ ਮੈਂ ਤਾਂ ਇਹੀ ਕਹੂੰਗਾ ਵੀ ਉਹਨਾਂ ਦੀ ਜਿਹੜਾ ਉਦੇਸ਼ ਹੈ ਵੀ ਆਮ ਬੰਦੇ ਨੂੰ ਕਹਿੰਦੇ ਜ਼ਮੀਨ ਨਾਲ ਜੁੜ ਰਹੇ ਨੇ, ਮਤਲਬ ਕਿ ਉਹ ਹੈ ਨਾ। ਅਤੇ ਅੱਛਾ, ਇੱਕ ਹੋਰ ਅਗਲੀ ਗੱਲ, ਜਿਹੜੀ ਕੱਲ੍ਹ ਮੀਟਿੰਗ ਹੋਣੀ ਹੈ ਸੰਯੁਕਤ ਕਿਸਾਨ ਮੋਰਚੇ ਦੀ, ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣ ਪਾਓ। ਬਿਲਕੁਲ 4 ਤਰੀਕ ਰੱਖੀ ਹੋਈ ਹੈ ਕਾਫੀ ਦਿਨਾਂ ਦੀ, ਕਿਉਂਕਿ ਇੱਕ ਗੱਲ ਚੱਲਦੀ ਹੈ, ਜਦੋਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਇੱਕ ਤਰਫਾ ਤੌਰ 'ਤੇ ਐਲਾਨ ਕਰਤਾ ਸੀ ਕਿ 3 ਖੇਤੀ ਕਾਨੂੰਨ ਮੈਂ ਵਾਪਸ ਲੈਂਦਾ, ਇਹਨੂੰ ਅਸੀਂ ਵਾਪਸ ਲੈਣ ਦਾ ਐਲਾਨ ਕਰਦੇ ਹਾਂ। ਉਸੇ ਦਿਨ ਤੋਂ ਨਾ ਜਿੱਤ ਦੇ ਢੋਲ, ਲੱਡੂ, ਜਲੇਬੀਆਂ ਵੰਡੀਆਂ ਲੋਕਾਂ ਨੇ। ਉਹ ਇਹ ਲੱਗਦਾ ਸੀ ਕਿ ਅਸੀਂ ਜਿੱਤ ਚੁੱਕੇ ਹਾਂ ਅਤੇ ਇਸ ਲਈ ਜਸ਼ਨ ਮਨਾਇਆ ਗਿਆ। ਅਤੇ ਉਦੋਂ ਬਾਅਦ ਫਿਰ 26 ਤਰੀਕ ਜਿਹੜਾ ਪੂਰਾ ਸਾਲ ਹੋ ਗਿਆ ਸੀ ਦਿੱਲੀ ਦੀਆਂ ਬਰੂਹਾਂ 'ਤੇ ਗਏ, ਉੱਥੇ ਵੀ ਲੋਕ ਗਏ, ਉਨੀ ਦੀ ਗਿਣਤੀ 'ਚ ਗਏ ਜਿੰਨੀ ਪਹਿਲੇ ਸਾਲ 26 ਤਰੀਕ ਨੂੰ ਗਏ ਸੀ। ਉੱਥੇ ਵੀ ਜਸ਼ਨ ਨਹੀਂ ਸਾਰੀਆਂ ਸਟੇਜਾਂ ਤੋਂ ਮਨਾਇਆ ਗਿਆ। ਇਹ ਉਹ 3 ਕਾਨੂੰਨ ਸੀ ਜਿਹੜੇ ਜਦੋਂ ਅੰਦੋਲਨ ਸ਼ੁਰੂ ਹੋਇਆ ਉਦੋਂ ਜਿਹੜੀ ਮੇਨ ਮੰਗ ਸੀ, 3 ਕਾਨੂੰਨਾਂ ਦੇ ਖਿਲਾਫ ਸੀ। ਪਹਿਲਾਂ 3 ਆਰਡੀਨੈਂਸਾਂ ਦੇ ਖਿਲਾਫ ਸੀ, ਫਿਰ ਉਹ ਕਾਨੂੰਨ ਬਣ ਗਏ ਕਾਨੂੰਨਾਂ ਦੇ ਖਿਲਾਫ ਸੀ। ਪਰ ਜਦੋਂ ਇਹਦਾ ਦਾਇਰਾ ਵਿਆਪਕ ਹੋਇਆ ਮਤਲਬ ਅੰਦੋਲਨ ਦਾ, ਤਾਂ ਉਹਦੇ ਵਿੱਚ ਪਹਿਲੀ ਮੰਗ ਜਦੋਂ SKM ਬਣਿਆ, ਸੰਯੁਕਤ ਕਿਸਾਨ ਜਿਹੜਾ ਮੰਚ, ਉਹਦੇ ਨਾਲ ਫਿਰ ਇੱਕ ਵੱਡੀ ਮੰਗ ਆ ਜੁੜੀ, ਜਿਹੜੀ ਮੰਗ ਸੀ ਘੱਟੋ ਘੱਟ ਖਰੀਦ ਮੁੱਲ 'ਤੇ, ਮਤਲਬ ਫਸਲ ਦੀ ਖਰੀਦ ਦੀ ਗਰੰਟੀ ਦਾ ਸਵਾਲ। ਉਹ ਅਜੇ ਅੜੀ ਖੜੀ ਗੱਲ ਹੈ ਅਤੇ ਉਹਦੇ 'ਤੇ ਨਹੀਂ ਹੈ। ਜਿੰਨੇ ਵਾਰ ਕਿਸਾਨਾਂ ਨਾਲ ਗੱਲ ਹੋਈ ਸੀ ਉਹਨਾਂ ਵਾਰ ਉਹ ਕਹਿੰਦੇ ਸੀ ਕਿ ਕਮੇਟੀ ਬਣਾ ਦਾਂਗੇ। ਅਤੇ ਇੱਕ ਗੱਲ ਹੋਰ ਜੁੜ ਗਈ ਕਿ ਜਿਹੜੇ ਕੇਸ ਪਏ ਉਹ ਵਾਪਸ ਗੱਲ। ਦੂਜੀ ਗੱਲ ਹੋਰ ਜੁੜ ਗਈ ਕਿ ਜਿਹੜੇ ਮੌਤ ਹੋ ਗਈ 700 ਬੰਦਿਆਂ ਦੀ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦਾ ਸਵਾਲ। ਅਤੇ ਹੁਣ ਗੱਲ ਇੱਥੇ ਅੜੀ ਖੜੀ ਹੈ ਔਰ ਸਰਕਾਰ ਗੈਰ ਰਸਮੀ ਤੌਰ 'ਤੇ ਹਰ ਰੋਜ਼ ਕਿਸਾਨ ਆਗੂਆਂ ਨਾਲ ਗੱਲ ਕਰਦੀ ਹੈ, ਬੰਦੇ ਭੇਜਦੀ ਹੈ, ਅਫਸਰ ਭੇਜਦੀ ਹੈ ਕਿ ਦੱਸੋ ਕਿੰਨਾ ਕਹੇ ਹੈ। ਔਰ ਇਹ ਵੀ ਖਬਰਾਂ ਛਪੀਆਂ ਨੇ ਕਿ ਇਹਨਾਂ ਨੇ ਕਮੇਟੀ 'ਚ ਦੇਣ ਲਈ 5 ਬੰਦੇ ਆਪਦੇ ਨਾਮਜ਼ਦ ਕਰਤੇ ਨੇ ਕਿਸਾਨੀ ਪੱਖ ਤੋਂ, ਕੌਣ ਕੌਣ ਹੋਣਗੇ। ਪਰ ਕਿਸਾਨਾਂ ਦਾ ਜਿਹੜਾ ਅੱਜ ਦਾ ਸੰਯੁਕਤ ਮੋਰਚੇ ਦਾ ਉਹ ਸੀਗਾ ਪ੍ਰੈਸ ਨੋਟ, ਉਹਦੇ 'ਚ ਇਹ ਸੀ ਕਿ ਸਰਕਾਰ ਰਸਮੀ ਤੌਰ 'ਤੇ ਸਾਨੂੰ ਗੱਲ ਕਰਨੀ ਸਾਡੇ ਨਾਲ ਤਿਆਰ ਨਹੀਂ ਹੁੰਦੀ ਜਿੰਨਾ ਚਿਰ, ਉਨਾ ਚਿਰ ਉਹ ਸਾਨੂੰ ਮਜਬੂਰ ਕਰ ਰਹੀ ਹੈ ਕਿ ਅਸੀਂ ਬਾਰਡਰਾਂ 'ਤੇ ਬੈਠੇ ਰਹੀਏ। ਇਹਦਾ ਮਤਲਬ ਉਹ ਕੀ ਚਾਹੁੰਦੇ ਨੇ? ਉਹ ਚਾਹੁੰਦੇ ਨੇ ਕਿ ਬੁਲਾ ਕੇ ਸਰਕਾਰ ਗੱਲ ਕਰੇ ਅਤੇ ਇਹ ਮਾਮਲਿਆਂ 'ਤੇ ਸਾਡਾ ਇੱਕ ਕੰਮ ਨਜਿੱਠਿਆ ਜਾਵੇ ਉਸ ਪੱਧਰ 'ਤੇ। ਕੱਲ੍ਹ ਦੀ ਜਿਹੜੀ ਮੀਟਿੰਗ ਹੈ ਉਹ ਇਸ ਕਰਕੇ ਮਹੱਤਵਪੂਰਨ ਹੈ ਕਿ ਇਸ ਕਸਮਕਸ ਦੇ ਵਿੱਚ ਬਿਨਾਂ ਸ਼ੱਕ ਸੰਯੁਕਤ ਮੋਰਚੇ 'ਚ ਵੀ ਵਿਚਾਰ ਇੱਕ ਨਹੀਂ ਹੈ, ਕੁਛ ਬਦਲਵੇਂ ਵਿਚਾਰ ਨੇ ਥੋੜ੍ਹੇ ਅੰਦਰੋਂ, ਜਿੰਨੇ ਮਰਜ਼ੀ ਹੋਣੇ ਵੀ ਚਾਹੀਦੇ ਨੇ ਜਿੰਨੀਆਂ ਜਥੇਬੰਦੀਆਂ ਨੇ, ਪਰ ਉਹ ਬਾਹਰ ਸਹਿਮਤੀ ਨਾਲ ਹੀ ਕੋਈ ਫੈਸਲਾ ਕਰਨਾ ਚਾਹੁੰਦੇ ਨੇ ਕਿ ਸਾਰੇ ਸਹਿਮਤੀ ਨਾਲ ਹੀ ਕੀਤਾ ਜਾਏ। ਇਹ ਬਹੁਤ ਬੜੀ ਜਿੱਤ ਹੈ ਅਤੇ ਇਸ ਜਿੱਤ ਨੂੰ ਪੂਰੇ ਦਾਇਰੇ ਦੇ ਵਿੱਚ ਪ੍ਰਚਾਰਨ ਦੇ ਵਾਸਤੇ ਸਾਰਾ SKM ਕੱਲ੍ਹ ਕੀ ਸਟੈਂਡ ਲਏਗਾ, ਇਹਦੇ 'ਤੇ ਬਹੁਤ ਲੋਕਾਂ ਦੀ ਨਜ਼ਰ ਹੈ। ਔਰ ਮੈਨੂੰ ਲੱਗਦਾ ਕਿ ਸਰਕਾਰ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਔਰ ਮੋਰਚੇ ਨੇ ਇੱਕ ਗੁੱਡਵਿਲ ਜੈਸਚਰ ਦੇ ਤੌਰ 'ਤੇ ਕਿਹਾ ਵੀ ਸੀ ਕਿ ਜਿਹੜਾ 500 ਬੰਦਾ ਜਾਣਾ ਸੀ ਟਰਾਲੀਆਂ 'ਚ ਬੈਠ ਕੇ ਪਾਰਲੀਮੈਂਟ ਵੱਲ ਨੂੰ, ਉਹ ਸਸਪੈਂਡ ਕੀਤਾ ਕਿ ਅਸੀਂ ਨਹੀਂ ਉਹ ਕਰਾਂਗੇ। ਤਾਂ ਸਰਕਾਰ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ। ਪਹਿਲ ਕਦਮੀ ਕਰਕੇ ਕੱਲ੍ਹ ਹੀ, ਚਾਹੇ ਅੱਜ ਕੱਲ੍ਹ, ਜਦੋਂ ਵੀ ਉਹਨਾਂ ਨਾਲ ਗੱਲਬਾਤ ਕਰਕੇ ਮਾਮਲਾ ਨਿਬੇੜਨਾ ਚਾਹੀਦਾ ਉਸ ਪੱਧਰ ਦੇ ਉੱਤੇ, ਤਾਂ ਕਿ ਇੰਨੀਆਂ ਤਕਲੀਫਾਂ ਅਤੇ ਇੰਨੀ ਤਪੱਸਿਆ ਕਰਨ ਤੋਂ ਬਾਅਦ ਜਿਹੜੀ ਸਰਕਾਰ ਪਿੱਛੇ ਹਟਣ ਲਈ ਮਜਬੂਰ ਹੋਈ ਹੈ ਉਹਨੂੰ ਹੋਰ ਜ਼ਿਆਦਾ ਲਿੰਗਰ ਆਉਣ ਨਾ ਕਰੇ, ਹੋਰ ਜ਼ਿਆਦਾ ਵਾਧਾ ਨਾ ਕਰੇ। ਮੈਨੂੰ ਤਾਂ ਲੱਗਦਾ ਜੇ ਹੋਰ ਜ਼ਿਆਦਾ ਵੱਧ ਹੈ, ਸਰਕਾਰ ਨਹੀਂ ਕੋਈ ਇਸ 'ਤੇ ਫੈਸਲਾ ਕਰਦੀ, ਤਾਂ ਵੀ ਉਹ ਮਤਲਬ ਉਹਦਾ ਵੀ ਜਿਹੜਾ ਇਰਾਦਾ ਹੈ ਫਿਰ ਸਾਫ਼ ਨਜ਼ਰ ਨਹੀਂ ਆਉਂਦਾ ਕਿਸੇ ਵੀ ਰੂਪ ਦੇ ਵਿੱਚ। ਨੀਅਤ 'ਤੇ ਸਵਾਲ ਉੱਠਣੇ ਜਿਹੜੇ ਉਸ ਪੱਧਰ ਦੇ ਉੱਤੇ ਸ਼ੁਰੂ ਹੋਣਗੇ। ਇਸ ਕਰਕੇ ਕੰਪਲੈਕਸ ਇਸ਼ੂ ਹੈ। ਜਦ ਮੇਨ ਚੀਜ਼ ਚਲੀ ਗਈ ਤਾਂ ਦੂਜੀ ਚੀਜ਼ ਦੇ ਉੱਤੇ ਕਮੇਟੀ ਬਣਾ ਕੇ, ਜੋ ਵੀ ਕਮੇਟੀ ਟਾਈਮ ਬਾਉਂਡ ਦੀ ਗੱਲ ਕਰਦੇ ਨੇ ਕਿ ਸਮਾਂਬੱਧ ਕਰੋ ਅਤੇ ਸਮਾਂਬੱਧ ਰੂਪ ਦੇ ਵਿੱਚ ਉਹ ਕਰੋ। ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਸਟੇਟਾਂ ਨੂੰ ਇੰਨਾ ਤਾਂ ਕਹਿਤਾ, ਕਿਉਂਕਿ ਬਹੁਤੇ ਕੇਸ ਸਟੇਟ ਲੈਵਲ 'ਤੇ ਪਏ ਹੋਏ ਨੇ। ਦਿੱਲੀ ਦੇ ਵਿੱਚ ਕੁਝ ਮੁਕੱਦਮੇ ਜਾਰੀ ਹੋਏ 26 ਜਨਵਰੀ ਨੂੰ ਹੋਏ, ਜ਼ਿਆਦਾਤਰ 26 ਜਾਂ ਉਦੋਂ ਤੋਂ ਬਾਅਦ ਜਿਹੜੇ ਗਏ ਸੀ ਪਿਛਲੇ ਸਾਲ। ਔਰ ਉਹ ਜਿਹੜਾ 26 ਜਨਵਰੀ ਦਾ ਐਸੇ ਸਾਲ ਦਾ ਉਹ ਕੇਸ ਤਾਂ ਗ੍ਰਹਿ ਮੰਤਰਾਲੇ ਨੇ ਵਾਪਸ ਲੈਣੇ ਨੇ, ਉਹ ਦਿੱਲੀ ਦਾ ਆਪਣਾ ਮਾਮਲਾ, ਕੇਂਦਰ ਸਰਕਾਰ ਦਾ, ਉਹ ਵਾਪਸ ਲੈਣ ਦਾ ਐਲਾਨ ਕਰਦੇ ਅਤੇ MSP ਨੂੰ ਸਾਰੇ ਕਿਸਾਨਾਂ ਨਾਲ ਰਾਏ ਕਰਕੇ ਅਤੇ ਉਹਨਾਂ ਨਾਲ ਸਹਿਮਤੀ ਬਣਾ ਲਏ, ਤਾਂ ਮੈਨੂੰ ਲੱਗਦਾ ਕਿ ਇੱਕ ਅੰਦੋਲਨ ਦਾ ਇੱਕ ਪੜਾਅ ਖਤਮ ਹੋ ਜਾਏਗਾ। ਫਿਰ ਨਵਾਂ ਅੰਦੋਲਨ ਕੀ ਹੋਣਾ, ਕਿਹੜੀਆਂ ਗੱਲਾਂ ਨੇ, ਉਹ ਉਦੋਂ ਬਾਅਦ ਦਾ ਸਵਾਲ ਹੈ। ਔਰ ਜੇ ਇੱਥੇ ਤੱਕ ਕੀਤਾ ਜਾ ਸਕਦਾ ਤਾਂ ਅਗਲਾ ਸਟੈਪ ਚੱਕਣ 'ਚ ਮੈਨੂੰ ਲੱਗਦਾ ਦੇਰੀ ਨਹੀਂ ਕਰਨੀ ਚਾਹੀਦੀ ਸਰਕਾਰ। ਮੈਨੂੰ ਲੱਗਦਾ ਵੀ ਸੰਯੁਕਤ ਕਿਸਾਨ ਮੋਰਚਾ ਆਪਣੀ ਗੇਂਦ ਸੈਂਟਰ ਦੇ ਪਾਲੇ 'ਚ ਸੁੱਟੂਗਾ ਕੱਲ੍ਹ ਨੂੰ। ਫਿਰ
ਇਹੀ ਲੱਗਦਾ ਫਿਰ ਹੋਰ ਤਾਂ ਕੋਈ ਚੱਕਰ ਨਹੀਂ। ਜਾਂ ਤਾਂ ਹੋ ਸਕਦਾ ਕੋਈ ਚਿੱਠੀ ਅੱਜ ਚਲੀ ਜਾਏ, ਕੱਲ੍ਹ ਆ ਜੇ, ਉਹਨਾਂ ਨੂੰ ਬੁਲਾ ਲਿਆ ਜਾਏ, ਗੱਲਬਾਤ ਦੇ ਵਿੱਚ ਕੋਈ ਫੈਸਲਾ ਹੋ ਜੇ, ਇਹ ਵੀ ਸੰਭਵ ਹੈ, ਇਹ ਹੋ ਜੇ। ਜੇ ਨਹੀਂ ਹੁੰਦਾ ਤਾਂ ਉਹ ਕੇਂਦਰ ਸਰਕਾਰ ਨੂੰ ਹੀ ਕਹੂਗਾ ਨਾ ਕਿ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਨਾ ਚਾਹੁੰਦੇ, ਤਾਂ ਮਤਲਬ ਅਸੀਂ ਦੱਸੋ ਕੀ ਕਰੀਏ। ਬਹੁਤ ਬਹੁਤ ਸ਼ੁਕਰੀਆ ਹਮੀਰ ਜੀ। ਦੋਸਤੋ, ਇਹ ਸੀ ਸਾਡੀ ਵੇਲੇ ਦੀ ਗੱਲ। ਅੱਜ ਲਈ ਇਜਾਜ਼ਤ ਦਿਓ, ਕੱਲ੍ਹ ਨੂੰ ਫੇਰ ਮਿਲਾਂਗੇ ਇਸੇ ਵੇਲੇ। ਧੰਨਵਾਦ।